ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ। ਚੰਡੀਗੜ੍ਹ ਵਿਖੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਦਾ ਹੋਇਆ ਸੰਮੇਲਨ। ਭਾਰਤ ਦੇ ਦੋ ਸੂਬਿਆਂ ਅੰਦਰਲੇ ਟਕਰਾਅ ਨੇ ਧਾਰਿਆ ਹਿੰਸਕ ਰੂਪ। ਦਿੱਲੀ ਦੀ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਦੀ ਜੇਲ੍ਹ 'ਚ ਮਾਲਿਸ਼ ਕਰਾਉਂਦੀ ਦੀ ਵੀਡੀਓ ਹੋਈ ਵਾਇਰਲ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਸੰਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਕੌਮ ਨੂੰ ਇਕੱਠੇ ਹੋ ਕੇ ਸੰਘਰਸ਼ ਵਿੱਢਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਰੱਦ ਕਰਨਾ ਉਹਨਾਂ ਨਾਲ ਵਿਤਕਰਾ ਹੈ। ਤੇ ਪਹਿਲੀ ਤੇ ਗੱਲ ਕਿ ਯੂਟੀ ਪ੍ਰਸ਼ਾਸਨ ਡੀਸੀ ਪਟਿਆਲਾ ਨੂੰ ਲਗਾਤਾਰ ਨੋਟਿਸ ਭੇਜਦਾ ਰਿਹਾ। ਉਹਨਾਂ ਦੇ ਰਿਮਾਈਂਡਰ 14 ਵਾਰ ਭੇਜਦਾ ਰਿਹਾ, 14 ਵਾਰ ਕੋਈ ਜਵਾਬ ਨਹੀਂ ਦਿੱਤਾ। ਔਰ ਤੁਸੀਂ ਦੇਖੋ ਅਕਤੂਬਰ 2021 ਦਾ ਕੇਸ ਹੈ ਤੇ ਨਵੰਬਰ 2022 ਵੀ ਲੰਘ ਚੱਲਿਆ ਹੈ। ਹੁਣ ਆਣ ਕੇ ਉਹਨਾਂ ਨੇ ਡੀਸੀ ਪਟਿਆਲਾ ਨੇ ਜਿਹੜੀ ਰਿਪੋਰਟ ਕੀਤੀ ਹੈ, ਜਿਹੜੀ ਯੂਟੀ ਕੋਲੇ ਗਈ ਹੈ ਚੰਡੀਗੜ੍ਹ ਕੋਲੇ, ਉਹਦੇ ਵਿੱਚ ਲਿਖਿਆ ਹੈ ਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਇਸ ਕਰਕੇ ਰਿਹਾ ਕਰਨ ਦੀ ਅਸੀਂ ਸਿਫਾਰਿਸ਼ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਬਾਹਰ ਆਉਣ ਦੇ ਨਾਲ ਦੇਸ਼ ਦੀ ਅਮਨ ਤੇ ਸ਼ਾਂਤੀ ਭੰਗ ਹੋ ਸਕਦੀ ਹੈ। 27 ਸਾਲਾਂ ਤੋਂ ਬੰਦਾ ਬੰਦ ਹੈ, ਬਜ਼ੁਰਗ ਅਵਸਥਾ 'ਚ ਆ ਗਿਆ ਹੈ। ਔਰ ਹੈਰਾਨੀ ਦੀ ਗੱਲ ਹੈ ਕਿ ਜਿਹੜਾ 2013 ਤੋਂ ਲੈ ਕੇ ਲਗਾਤਾਰ ਲਗਭਗ 10 ਸਾਲ ਤੋਂ ਲਗਾਤਾਰ ਪੈਰੋਲ ਕੱਟ ਰਿਹਾ ਹੈ, ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ, ਕਿਸੇ ਤਰ੍ਹਾਂ ਦੀ ਕੋਈ ਨਿਯਮ ਦੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਜਿਹੜੀ ਦਿੱਤੀ ਹੋਈ ਕਾਨੂੰਨ ਦੀ ਸਜ਼ਾ ਆ ਉਹਨੂੰ ਗੁੱਡ ਕੰਡਕਟ 'ਚ ਭੁਗਤਿਆ ਆ। ਤੇ ਡੀਸੀ ਪਟਿਆਲਾ ਵੱਲੋਂ ਜਿਹੜੀ ਆਪਣਾ ਜਵਾਬ ਭੇਜਿਆ ਗਿਆ ਆ, ਜਾਂ ਜਿਹੜੀ ਇੱਕ ਤਰ੍ਹਾਂ ਕਹਿ ਦਈਏ ਕਿ ਉਹਨਾਂ ਨੇ ਜੋ ਉੱਥੇ ਯੂਟੀ ਨੂੰ ਭੇਜਿਆ ਉਹਦੇ 'ਚ ਰਿਹਾਈ ਦੀ ਸਿਫਾਰਿਸ਼ ਕਰਨ ਦੀ ਥਾਂ ਤੇ, ਉਹਨਾਂ ਦਾ ਪੱਖ ਲੈਣ ਦੀ ਥਾਂ ਤੇ ਬੜੀ ਵੱਡੀ ਬੇਇਨਸਾਫੀ ਕਰਦਿਆਂ ਹੋਇਆਂ ਯੂਟੀ ਪ੍ਰਸ਼ਾਸਨ ਨੂੰ ਜੋ ਉਹਨਾਂ ਲਿਖ ਕੇ ਭੇਜਿਆ, ਜਿੱਥੇ ਡੀਸੀ ਪਟਿਆਲਾ ਤੇ ਸਵਾਲ ਉੱਠਦਾ ਹੈ ਉੱਥੇ ਨਾਲ ਹੀ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ, ਭਗਵੰਤ ਮਾਨ ਦੀ ਸਰਕਾਰ ਹੈ, ਤੇ ਜੇ ਮੈਂ ਕਹਿ ਲਵਾਂ ਕਿ ਕੇਜਰੀਵਾਲ ਦੀ ਸਰਕਾਰ ਹੈ, ਉਹਨਾਂ ਦੀ ਨੀਤੀ ਦੇ ਉੱਤੇ ਸਪਸ਼ਟ ਰੂਪ 'ਚ ਸਵਾਲ ਉੱਠਦਾ ਹੈ। ਕਿਉਂਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਦੇ ਵਿੱਚ ਰੁਕਾਵਟ ਪਾਉਣਾ, ਉਹਨਾਂ ਦੀ ਰਿਹਾਈ ਬਾਰੇ ਰਿਪੋਰਟ ਦਿੰਦਿਆਂ ਹੋਇਆਂ ਉਹਨੂੰ ਰੱਦ ਕਰਨ ਦੀ ਸਿਫਾਰਿਸ਼ ਕਰਨਾ, ਇਹ ਡੀਸੀ ਫੈਸਲਾ ਨਹੀਂ ਲੈ ਸਕਦਾ। ਇਹ ਸਰਕਾਰ ਲੈਵਲ ਤੇ ਫੈਸਲਾ ਹੋਇਆ ਆ ਜਿਹੜਾ ਕਿ ਅਤ ਦੁਖਦਾਈ ਹੈ। ਔਰ ਤੁਸੀਂ ਹੈਰਾਨ ਹੋਗੇ ਕਿ ਅੱਜ 22 ਤਰੀਕ ਹੋ ਗਈ, ਇਹ 18 ਤਰੀਕ ਦਾ ਰੱਦ ਹੋਇਆ ਹੈ। ਅੱਜ 5ਵਾਂ ਦਿਨ ਆ ਗਿਆ। ਤੁਸੀਂ ਮੀਡੀਆ 'ਚ ਕੋਈ ਬਾਹਲੀ ਰਿਪੋਰਟਿੰਗ ਨਹੀਂ ਦੇਖੀ ਹੋਣੀ। ਏਡੀ ਵੱਡੀ ਬੇਇਨਸਾਫੀ ਹੋ ਰਹੀ ਹੋਵੇ ਔਰ ਕਾਨੂੰਨ ਕੋਲੋਂ ਜਾ ਕੇ ਕੋਰਟ ਕੋਲੋਂ ਜਿਹੜੀ ਹਾਈ ਕੋਰਟ ਉਹਦੇ ਕੋਲੋਂ ਇਨਸਾਫ ਮੰਗਿਆ ਹੈ ਬੰਦੀ ਸਿੰਘ ਨੇ, ਭਾਈ ਗੁਰਮੀਤ ਸਿੰਘ ਇੰਜੀਨੀਅਰ ਨੇ, ਤੇ 5 ਦਿਨ ਹੋ ਗਏ ਆ। ਉਹ ਇਨਸਾਫ ਮਿਲਣ ਦੀ ਥਾਂ ਤੇ ਮੌਜੂਦਾ ਸਰਕਾਰ ਨੇ ਜਿਹੜਾ ਉਹਨਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਜੋ ਕਦਮ ਚੁੱਕਿਆ ਆ, ਹਾਂਜੀ, ਉਹਦੀ ਕਿਤੇ ਕੋਈ ਚਰਚਾ ਹੀ ਹੈ ਨਹੀਂ। ਔਰ ਦੁੱਖ ਇਸ ਗੱਲ ਦਾ ਆ ਕਿ ਜਿਹੜੀਆਂ ਸਿੱਖ ਜਥੇਬੰਦੀਆਂ, ਮੈਂ ਨਹੀਂ ਸਮਝਦਾ ਕਿ ਉਹ ਅਵੇਸਲੀਆਂ ਨੇ, ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ, ਜਾਂ ਜਿਹੜੇ ਮਨੁੱਖੀ ਅਧਿਕਾਰਾਂ ਦਾ ਦਾਅਵਾ ਕਰਦੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਾ। ਇਹ ਸਾਰਿਆਂ ਦੇ ਕੰਨਾਂ ਤੱਕ, ਸਾਰਿਆਂ ਤੱਕ ਇਹ ਗੱਲ ਪਹੁੰਚ ਚੁੱਕੀ ਹੈ, ਪਰ 5 ਦਿਨਾਂ ਤੋਂ ਕਿਸੇ ਨੇ ਵੀ ਇਸ ਮਸਲੇ ਤੇ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਛੇੜੀ, ਕੋਈ ਸਰਕਾਰ ਦੀ ਜਵਾਬ ਤਲਬੀ ਨਹੀਂ ਕੀਤੀ, ਕੋਈ ਮੀਡੀਆ 'ਚ ਸੱਚਾਈ ਨਹੀਂ ਲਿਆਂਦੀ।
ਉਹਨਾਂ ਕਿਹਾ ਕਿ ਰਾਜੀਵ ਗਾਂਧੀ ਕੇਸ ਦੇ ਦੋਸ਼ੀ ਰਿਹਾ ਕਰ ਦਿੱਤੇ ਗਏ, ਬਿਲਕਿਸ ਬਾਨੋ ਬਲਾਤਕਾਰ ਕੇਸ ਦੇ ਦੋਸ਼ੀ ਰਿਹਾ ਕਰ ਦਿੱਤੇ ਗਏ, ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕਰਕੇ ਨਿਰਦੋਸ਼ਾਂ ਨੂੰ ਮਾਰਿਆ ਉਹ ਵੀ ਆਜ਼ਾਦ ਹੋ ਗਏ। ਪਰ ਬੰਦੀ ਸਿੰਘ ਜਿਨ੍ਹਾਂ ਦੀ ਰਿਹਾਈ ਲਈ ਖੁਦ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ, ਉਹਨਾਂ ਨੂੰ ਅੱਜ ਤੱਕ ਆਜ਼ਾਦ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੇਵਲ ਸਿੱਖਾਂ ਦਾ ਨਹੀਂ ਬਲਕਿ ਸਮੁੱਚੀ ਮਨੁੱਖਤਾ ਦਾ ਮਸਲਾ ਹੈ, ਕਿਉਂਕਿ ਇਹ ਮਨੁੱਖੀ ਹੱਕਾਂ ਦਾ ਘਾਣ ਹੈ। ਸਭ ਤੋਂ ਪਹਿਲੀ ਦੀ ਗੱਲ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਸਜ਼ਾ ਕੱਟ ਲੈਂਦਾ ਤੇ ਉਹਨੂੰ ਰਿਹਾ ਕੀਤਾ ਜਾਂਦਾ ਹੈ। ਰਾਜੀਵ ਗਾਂਧੀ ਦੇ ਕਾਤਲ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਰਿਹਾ ਕਰ ਦਿੱਤੇ ਗਏ, ਅਸੀਂ ਕਹਿੰਦੇ ਕਿ ਠੀਕ ਹੈ। ਔਰ ਜਿਨ੍ਹਾਂ ਦਾ ਹੱਕ ਵੀ ਨਹੀਂ ਸੀ ਬਣਦਾ, ਬਲਕੀਸ ਬਾਨੋ ਦੇ ਪਰਿਵਾਰ ਦੇ ਕਾਤਲ ਤੇ ਉਹਦੇ ਬਲਾਤਕਾਰੀ, ਗੁਜਰਾਤ ਸਰਕਾਰ ਨੇ 15 ਅਗਸਤ ਦੇ 75 ਸਾਲਾਂ ਦੇ ਮੌਕੇ ਦੇ ਉੱਤੇ ਉਹ ਸਾਰੇ ਰਿਹਾ ਕਰ ਦਿੱਤੇ। ਅਸੀਂ ਕਹਿੰਦੇ ਚਲੋ ਉਹ ਵੀ ਠੀਕ ਹੈ, ਤੁਹਾਡੀ ਮਰਜ਼ੀ ਹੈ। ਪੰਜਾਬ ਦੇ ਅੰਦਰ ਪੁਲਿਸ ਅਧਿਕਾਰੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਕਰਨ ਦੇ ਦੋਸ਼ਾਂ 'ਚ CBI ਕੋਰਟਸ ਨੇ ਵੱਡੇ ਪੱਧਰ ਤੇ ਸਜ਼ਾਵਾਂ ਦਿੱਤੀਆਂ। ਕਾਫੀ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਨੇ। ਕੋਈ 4 ਸਾਲੀਆਂ ਆ ਗਿਆ ਹੈ, ਕੋਈ 2 ਸਾਲੀਆਂ ਆ ਗਿਆ ਹੈ। ਇੱਕ ਤਰ੍ਹਾਂ ਇਸ ਤਰ੍ਹਾਂ ਆ ਕਿ ਜਿਵੇਂ ਉਹ ਅੰਦਰ ਹੀ ਨਹੀਂ ਗਏ ਹੁੰਦੇ, ਉਹ ਰਿਹਾ ਕਰ ਦਿੱਤੇ ਗਏ। ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਬਿਨਾਂ ਕਿਸੇ ਗੁਨਾਹ ਤੋਂ ਮਾਰ ਦਿੱਤਾ ਸੀਗਾ, ਉਹ ਵੀ ਅੱਜ ਜਿਹੜੇ ਹੈ ਸਰਕਾਰ ਦੇ ਦਿੱਤੀਆਂ ਹੋਈਆਂ ਛੋਟਾਂ ਦਾ ਹਾਂਜੀ ਫਾਇਦਾ ਲੈਂਦੇ ਹੋਏ ਉਹ ਘਰੋਂ ਘਰੀ ਬੈਠੇ। ਤੇ ਜਿਹੜੇ 27 32 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਬਾਰੇ ਕਿਸੇ ਦਾ ਧਿਆਨ ਨਹੀਂ। 3 ਸਾਲਾਂ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਚੱਲਦੀ ਹੈ ਸੁਪਰੀਮ ਕੋਰਟ 'ਚ। ਉੱਥੇ ਕੇਂਦਰ ਸਰਕਾਰ ਨੇ ਲਿਖ ਕੇ ਭੇਜਤਾ ਕਿ ਇਹ ਜਿਹੜਾ ਪੰਜਾਬ ਸੂਬਾ ਆ ਇਹ ਸਰਹੱਦੀ ਸੂਬਾ ਆ, ਉੱਥੇ ਅਮਨ ਕਾਨੂੰਨ ਨੂੰ ਤੇ ਏਜੰਸੀਆਂ ਦੀਆਂ ਰਿਪੋਰਟਾਂ ਦੇ ਮੁਤਾਬਕ ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ। ਉਹ ਸੁਪਰੀਮ ਕੋਰਟ 'ਚ ਪੈਂਡਿੰਗ ਹੈ। ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹ ਲਗਭਗ 2 ਸਾਲ ਤੋਂ ਹਾਈ ਕੋਰਟ 'ਚ ਨੇ। ਕੇਜਰੀਵਾਲ ਸਰਕਾਰ ਨੂੰ ਨੋਟਿਸ ਜਾਂਦਾ ਹਾਈ ਕੋਰਟ ਦਾ, ਕੇਜਰੀਵਾਲ ਸਰਕਾਰ ਜਿਹੜੀ ਆ ਕੋਈ ਜਵਾਬ ਨਹੀਂ ਦਿੰਦੀ। ਔਰ ਕੇਜਰੀਵਾਲ ਦੀ ਟੇਬਲ ਤੇ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਪਈ ਹੈ, ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਤੇ ਹੁਣ ਤੁਸੀਂ ਦੇਖੋ ਕਿ ਜਿਹਦੇ ਚੋਂ 5 ਬੰਦੀ ਸਿੰਘ ਨੇ ਜਿਹੜੇ ਲਗਾਤਾਰ 10 ਸਾਲਾਂ ਤੋਂ ਪੈਰੋਲ ਕੱਟ ਰਹੇ ਆ, ਜਿਨ੍ਹਾਂ 'ਚ ਭਾਈ ਗੁਰਦੀਪ ਸਿੰਘ ਖੈੜਾ ਜਿਹੜੇ 32 ਸਾਲ ਤੋਂ ਜੇਲ੍ਹ 'ਚ ਬੰਦ ਨੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਸ਼ਮਸ਼ੇਰ ਸਿੰਘ ਸ਼ੇਰਾ, ਇਹ 2013 ਤੋਂ ਲਗਾਤਾਰ ਪੈਰੋਲ ਕੱਟ ਰਹੇ ਆ। ਉਹਨਾਂ ਦੀ ਰਿਹਾਈ ਬਣਦੀ ਹੈ ਨਾ, ਉਹਨਾਂ ਨੂੰ ਰਿਹਾ ਕਰਨ 'ਚ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਸਗੋਂ ਉਲਟਾ ਸਰਕਾਰ ਨੇ 3 ਸਾਲ ਪਹਿਲਾਂ 550 ਸਾਲਾਂ ਤੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ 550 ਸਾਲਾਂ ਦੇ ਮੌਕੇ ਤੇ ਅੱਜ ਤੱਕ ਲਾਗੂ ਨਹੀਂ ਕੀਤੀ। ਇਹ ਬਹੁਤ ਵੱਡੀ ਜਿਹੜੀ ਬੇਇਨਸਾਫੀ ਹੈ। ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ 5 ਕਿਸਾਨ ਜਥੇਬੰਦੀਆਂ ਦਾ ਸੰਮੇਲਨ ਹੋਇਆ, ਜਿਸ ਵਿੱਚ ਸਰਦਾਰ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਪੰਜਾਬ ਵਾਸੀਆਂ ਨੂੰ ਪਾਣੀ ਦੇ ਮਸਲੇ ਬਾਰੇ ਜਾਗਰੂਕ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਦੀਆਂ ਜਮਲਾ ਮੁਸ਼ਤਰਕਾ ਮਾਲਕਾਨਾ ਜ਼ਮੀਨਾਂ ਪੰਚਾਇਤ ਨੂੰ ਦੇਣ ਦੇ ਫੈਸਲੇ ਦੇ ਵਿਰੋਧ ਵਿੱਚ ਚੰਡੀਗੜ੍ਹ ਵਿਖੇ ਪੱਕੇ ਮੋਰਚੇ ਲਾਉਣ ਦਾ ਵੀ ਐਲਾਨ ਕੀਤਾ। ਅਸੀਂ ਪੰਜਾਬ ਦੇ ਪਾਣੀਆਂ ਦੀ ਲੜਾਈ ਸ਼ੁਰੂ ਕਰਨ ਵਾਲਿਆਂ 30 ਦਸੰਬਰ ਤੋਂ ਲਗਾਤਾਰ ਮੋਰਚਾ ਜਿਹੜਾ ਉਹ ਚੱਲੇਗਾ ਇੱਥੇ ਚੰਡੀਗੜ੍ਹ 'ਚ। ਇਹਦੇ ਲਈ ਤਿਆਰੀ ਲਈ ਅਸੀਂ ਅੱਜ ਤੋਂ 3 ਜਗ੍ਹਾ ਤੇ ਸਾਰੇ ਪੰਜਾਬ ਵਿੱਚ ਲੋਕਾਂ ਨੂੰ ਐਜੂਕੇਟ ਕਰਨ ਲਈ ਸੈਮੀਨਾਰ ਰੱਖਿਆ। ਚੰਡੀਗੜ੍ਹ 28 ਨੂੰ ਜਲੰਧਰ ਹੈ, 30 ਨੂੰ ਬਠਿੰਡੇ ਹੈ। ਔਰ 2 ਤਰੀਕ ਤੋਂ 15 ਤਰੀਕ ਤੱਕ ਅਸੀਂ 50,000 ਪੋਸਟਰ ਰਿਲੀਜ਼ ਕਰਤਾ, 50,000 ਹੋਰ ਕਰ ਰਹੇ ਹਾਂ। 1 ਲੱਖ ਪੋਸਟਰ ਦੇ ਕੇ ਅਸੀਂ ਪਿੰਡਾਂ ਵਿੱਚ ਝੰਡਾ ਮਾਰਚ ਕਰਾਂਗੇ ਸਾਰੀਆਂ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਤਿਆਰ ਕਰਨ ਲਈ। ਤੇ ਲੋਕਾਂ ਤੋਂ ਹੁੰਗਾਰਾ ਬਹੁਤ ਅੱਛਾ ਮਿਲ ਰਿਹਾ। ਔਰ 30 ਤਾਰੀਖ ਤੋਂ ਪਾਣੀਆਂ ਦੇ ਮਸਲੇ ਤੇ ਆ ਜਿਹੜੀ ਜੁਮਲਾ ਮਾਲਕਾਨ ਵਾਲੀ ਜ਼ਮੀਨ ਦਾ ਮਸਲਾ ਹੈ, ਇਹਨਾਂ ਦੇ ਉੱਤੇ ਅਸੀਂ ਚੰਡੀਗੜ੍ਹ 'ਚ ਪੱਕਾ ਮੋਰਚਾ ਲਾ ਰਹੇ ਹਾਂ। ਪੰਜਾਬ ਸਰਕਾਰ ਨਾਲ ਤਾਂ ਇਹ ਹੈ ਵੀ ਜਿਹੜਾ ਸਾਡਾ ਪਾਣੀ ਜਿੰਨਾ ਐਲੋਕੇਟਡ ਪਾਣੀ ਉਹ ਵੀ ਸਾਡੇ ਖੇਤਾਂ 'ਚ ਨਹੀਂ ਪਹੁੰਚ ਰਿਹਾ। ਬੜੇ ਸਾਲਾਂ ਤੋਂ ਜਦੋਂ ਤੋਂ ਅਸੀਂ ਟਿਊਬਵੈੱਲ ਇਰੀਗੇਸ਼ਨ ਸ਼ੁਰੂ ਕਰਤੀ, ਇਰੀਗੇਸ਼ਨ ਡਿਪਾਰਟਮੈਂਟ ਨੇ ਨਾ ਸੂਏ ਰਜਵਾਹੇ ਸਾਫ਼ ਕੀਤੇ, ਕਦੇ ਸਿਲਟ ਨਹੀਂ ਕੱਢੀ, ਉਹਦੇ ਵਿੱਚ ਦਰਖਤ ਜੰਮੇ ਪਏ ਨੇ।
ਔਰ ਅੱਧਾ ਵੀ ਪਾਣੀ ਲੈਣ ਦੀ ਜਿੰਨਾ ਇਨਟੇਕ ਕਪੈਸਿਟੀ ਉਹਨਾਂ ਦੀ ਸੈਂਕਸ਼ਨਡ ਆ ਉਦੋਂ ਅੱਧਾ ਪਾਣੀ ਲੈਣ ਦੀ ਕਪੈਸਿਟੀ ਨਹੀਂ। ਜੇ ਪੂਰਾ ਛੱਡ ਦੇਣਾ ਉਹ ਟੁੱਟ ਜਾਂਦੇ ਨੇ ਸਾਰੇ। ਔਰ ਹਰ ਸੂਆ ਆਪਣੀ ਟੇਲ ਐਂਡ ਤੋਂ 5 ਕਿਲੋਮੀਟਰ ਘੱਟੋ ਘੱਟ ਪਿੱਛੇ ਹੀ ਖਤਮ ਹੋ ਜਾਂਦਾ ਹੈ। ਤੇ ਉਹ ਪਾਣੀ ਸਾਡਾ ਕਿੱਥੇ ਗਿਆ? ਅਸੀਂ ਸਰਕਾਰ, ਪੰਜਾਬ ਸਰਕਾਰ ਤੋਂ ਸਾਡੀ ਇਹ ਮੰਗ ਹੈ ਵੀ ਜਿਹੜਾ ਪਾਣੀ ਐਲੋਕੇਟ ਹੋਇਆ, ਜਿਵੇਂ ਅੱਜ ਤੋਂ 50 ਸਾਲ ਪਹਿਲਾਂ ਹਰ ਖੇਤ ਨੂੰ ਪਾਣੀ ਮਿਲਦਾ ਸੀ, ਉਸੇ ਤਰ੍ਹਾਂ ਹਰ ਖੇਤ ਨੂੰ ਪਾਣੀ ਮਿਲਣਾ ਚਾਹੀਦਾ। ਉਹ ਤਾਂ ਘੱਟੋ ਘੱਟ ਸਾਨੂੰ ਮਿਲੇ। ਦੂਸਰਾ, ਕੇਂਦਰ ਸਰਕਾਰ ਨਾਲ ਸਾਡੀ ਲੜਾਈ ਹੈ ਵੀ ਹੁਣ ਤੱਕ ਹਮੇਸ਼ਾ ਜਿੰਨੇ ਪਾਣੀਆਂ ਦੇ ਸਮਝੌਤੇ ਹੋਏ ਆ ਇਲੀਗਲ ਹੋਏ ਆ, ਕਿਉਂਕਿ ਕਨਸਟੀਟਿਊਸ਼ਨ 'ਚ ਜਿਹੜਾ ਪਾਣੀ ਹੈ ਇਹ ਸਟੇਟ ਸਬਜੈਕਟ ਹੈ। ਦੋ ਹੀ ਤਰੀਕੇ ਹੈ, ਜਾਂ ਤਾਂ ਤੁਸੀਂ ਰਾਈਪੇਰੀਅਨ ਪ੍ਰਿੰਸੀਪਲ ਮੰਨ ਲਓ ਤਾਂ ਵੀ ਪੰਜਾਬ ਦਾ ਪਾਣੀ ਜਿਹੜਾ ਹੁਣ ਤੁਸੀਂ ਵੰਡਿਆ ਨਜਾਇਜ਼ ਵੰਡਿਆ। ਜੇ ਹਰਿਆਣੇ ਪੰਜਾਬ ਦਾ ਸ਼ੇਅਰ ਵੰਡਣਾ ਤਾਂ 60-40 ਦੀ ਰੇਸ਼ੋ 'ਚ ਵੰਡਣਾ ਚਾਹੀਦਾ, ਤਾਂ ਜਮਨਾ ਦਾ ਪਾਣੀ ਵੀ ਗਿਣ ਹੋਣਾ ਚਾਹੀਦਾ। ਆਲਰੇਡੀ ਹਰਿਆਣਾ ਫਾਲਤੂ ਪਾਣੀ ਲੈ ਰਿਹਾ। ਅੱਜ ਸਾਡੇ ਕੋਲ ਪਾਣੀ ਹੈ ਨਹੀਂ ਔਰ ਸਾਡੇ ਕੋਲ ਰਿਪੋਰਟਸ ਨੇ ਵੀ 2025 'ਚ ਦੁਨੀਆ ਦੀ 2/3 ਆਬਾਦੀ ਪੀਣ ਵਾਲੇ ਪਾਣੀ ਨੂੰ ਤਰਸੇਗੀ ਔਰ 2030 ਤੱਕ ਪੰਜਾਬ ਦਾ ਪਾਣੀ ਬਿਲਕੁਲ ਖਤਮ ਹੋ ਜਾਏਗਾ। ਪੰਜਾਬ ਬੰਜਰ ਹੋ ਜਾਏਗਾ, ਲੋਕਾਂ ਨੂੰ ਇੱਥੋਂ ਮਾਈਗ੍ਰੇਟ ਕਰਨਾ ਪਏਗਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਟੌਪ ਪ੍ਰਾਇਰਟੀ ਜਿਹੜੀ ਹੈ ਸਾਡੇ ਲਈ ਉਹ ਪਾਣੀਆਂ ਦਾ ਮੁੱਦਾ ਹੈ। ਦੂਜੇ ਨੰਬਰ ਤੇ ਇੱਥੇ ਪੰਜਾਬ ਦੀ ਸਰਕਾਰ ਨੇ ਭਾਵੇਂ ਹਾਈ ਕੋਰਟ ਨੇ ਕੱਲ੍ਹ ਸਟੇ ਕਰ ਦਿੱਤਾ, ਪਰ ਇਹਨਾਂ ਨੇ ਬੜੀ ਤੇਜ਼ੀ ਨਾਲ ਜਿਹੜੀ ਜੁਮਲਾ ਮਾਲਕਾਂ ਜ਼ਮੀਨ ਸਾਡੀ ਮਾਲਕੀ ਹੈ, ਸਾਡੇ ਮੁਰੱਬਾਬੰਦੀ ਵੇਲੇ ਸਾਡੀ ਜ਼ਮੀਨ ਨੂੰ ਕੱਟ ਲੱਗਿਆ, ਉਹ ਕਾਮਨ ਕਾਜ਼ ਲਈ ਰੱਖੀ ਗਈ ਸੀ ਪੰਚਾਇਤਾਂ ਕੋਲ, ਉਹ ਜ਼ਬਰਦਸਤੀ ਖੋਣ ਲੱਗੇ ਨੇ। ਲੱਖਾਂ ਪਰਿਵਾਰ ਪੰਜਾਬ ਦੇ ਵਿੱਚ ਪ੍ਰਭਾਵਿਤ ਹੋ ਰਹੇ ਨੇ। ਭਾਰਤ ਦੇ ਦੋ ਉੱਤਰ ਪੂਰਬੀ ਸੂਬਿਆਂ ਦਰਮਿਆਨ ਸਰਹੱਦੀ ਵਿਵਾਦ ਹਿੰਸਕ ਟਕਰਾਅ ਦਾ ਰੂਪ ਧਾਰਨ ਕਰ ਗਿਆ ਹੈ। ਅਸਾਮ ਪੁਲਿਸ ਸਰਹੱਦ ਤੇ ਬੈਰੀਕੇਡ ਲਾ ਕੇ ਅਸਾਮ ਨੰਬਰ ਦੀਆਂ ਗੱਡੀਆਂ ਨੂੰ ਮੇਘਾਲਿਆ ਵਿੱਚ ਜਾਣ ਤੋਂ ਰੋਕ ਰਹੀ ਹੈ, ਕਿਉਂਕਿ ਮੇਘਾਲਿਆ ਦੇ ਲੋਕ ਅਸਾਮ ਨੰਬਰ ਗੱਡੀ ਨੂੰ ਦੇਖਦਿਆਂ ਹੀ ਹਮਲਾ ਕਰ ਦਿੰਦੇ ਹਨ। ਹੁਣ ਤੱਕ ਇਸ ਟਕਰਾਅ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ 5 ਮੇਘਾਲਿਆ ਦੇ ਆਮ ਲੋਕ ਹਨ, ਜਦਕਿ ਇੱਕ ਅਸਾਮ ਦਾ ਜੰਗਲਾਤ ਗਾਰਡ ਵੀ ਮਾਰਿਆ ਗਿਆ ਹੈ। ਇਹ ਮੌਤਾਂ ਅਸਾਮ ਪੁਲਿਸ ਦੀ ਗੋਲੀ ਨਾਲ ਹੋਈਆਂ ਹਨ। ਅਸਾਮ ਅਤੇ ਮੇਘਾਲਿਆ ਦਾ ਸਰਹੱਦੀ ਵਿਵਾਦ ਕੀ ਹੈ? ਭਾਰਤ ਦੀ ਹਿੰਦੂਤਵੀ ਸਿਆਸਤ ਇਸ ਮੁਲਕ ਨੂੰ ਅਖੰਡ ਪ੍ਰਚਾਰਨ ਦਾ ਜ਼ੋਰ ਲਾਉਂਦੀ ਰਹੀ ਹੈ, ਪਰ ਮੁਲਕ ਵਿੱਚ ਵੱਖ-ਵੱਖ ਕੌਮੀਅਤਾਂ ਦੇ ਆਪਸੀ ਟਕਰਾਅ ਇਸ ਝੂਠੇ ਬਿਰਤਾਂਤ ਨੂੰ ਉਜਾਗਰ ਕਰ ਦਿੰਦੇ ਹਨ। ਉੱਤਰ ਪੂਰਬੀ ਸੂਬਿਆਂ ਵਿੱਚ ਕੌਮੀ ਪਛਾਣਾਂ ਬਹੁਤ ਮਜ਼ਬੂਤ ਹਨ ਅਤੇ ਲਗਾਤਾਰ ਭਾਰਤੀ ਪਛਾਣ ਨੂੰ ਰੱਦ ਕਰਕੇ ਆਪਣੇ ਆਜ਼ਾਦ ਖਿੱਤਿਆਂ ਲਈ ਵੀ ਇਹ ਕੌਮਾਂ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਅਜਿਹੇ ਵਿੱਚ ਕਈ ਵਾਰ ਇਹਨਾਂ ਕੌਮਾਂ ਦਰਮਿਆਨ ਆਪਣੀਆਂ ਰਵਾਇਤੀ ਹੱਦਾਂ ਜੋ ਪਿੰਡ ਬੰਨ੍ਹਦੇ ਹਨ ਉਹਨਾਂ ਨੂੰ ਲੈ ਕੇ ਟਕਰਾਅ ਹੋ ਜਾਂਦਾ ਹੈ। ਅਸਾਮ ਅਤੇ ਮੇਘਾਲਿਆ ਦੀ ਸਰਹੱਦ 884 ਕਿਲੋਮੀਟਰ ਲੰਬੀ ਹੈ। ਇਸ ਸਰਹੱਦ ਤੇ 12 ਥਾਵਾਂ ਉੱਤੇ ਦੋਵਾਂ ਕੌਮਾਂ ਦਾ ਟਕਰਾਅ ਹੈ। ਮਾਰਚ ਮਹੀਨੇ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ 12 ਵਿੱਚੋਂ 6 ਥਾਵਾਂ ਤੇ ਵਿਵਾਦ ਹੱਲ ਕਰਨ ਲਈ ਇੱਕ ਸਮਝੌਤਾ ਕੀਤਾ ਸੀ। ਇਸ ਮਹੀਨੇ ਦੇ ਅਖੀਰ ਵਿੱਚ ਬਾਕੀ ਰਹਿੰਦੇ 6 ਥਾਵਾਂ ਤੇ ਸਮਝੌਤੇ ਲਈ ਗੱਲਬਾਤ ਸ਼ੁਰੂ ਹੋਣੀ ਸੀ। ਬਰਤਾਨੀਆ ਦੀ ਹਕੂਮਤ ਨੇ ਇਸ ਉਪ ਮਹਾਦੀਪ ਵਿੱਚ ਆਪਣਾ ਰਾਜ ਚਲਾਉਣ ਲਈ ਇਸ ਨੂੰ ਕੌਮੀਅਤਾਂ ਦੀ ਥਾਂ ਆਪਣੀ ਪ੍ਰਸ਼ਾਸਨਿਕ ਸੋਖ ਮੁਤਾਬਕ ਸੂਬਿਆਂ ਵਿੱਚ ਵੰਡਿਆ ਸੀ। ਉਸ ਸਮੇਂ ਨਾਗਾਲੈਂਡ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਦੇ ਇਲਾਕੇ ਵੀ ਅਸਾਮ ਵਿੱਚ ਹੀ ਸਨ। 1972 ਵਿੱਚ ਮੇਘਾਲਿਆ ਨੂੰ ਅਸਾਮ ਤੋਂ ਵੱਖ ਕਰ ਦਿੱਤਾ ਗਿਆ ਸੀ, ਪਰ ਵੰਡ ਸਹੀ ਤਰੀਕੇ ਨਾਲ ਨਾ ਕਰਨ ਕਰਕੇ ਸਰਹੱਦੀ ਵਿਵਾਦ ਨੇ ਦੋਵਾਂ ਕੌਮਾਂ ਵਿਚਾਲੇ ਟਕਰਾਅ ਬਣਾ ਦਿੱਤਾ। How is it that Assam government resorts to telling the people that don't go to Meghalaya? Why don't they talk to each other? Assam and Meghalaya government, they should talk to each other and ensure that there is no chances of breakdown of law and order. I didn't see any endeavor, rather the honest effort from both the authorities, Assam and the Meghalaya counterpart. They have a easy solution: shut down the internet, make people stay indoors, nothing else. This is not the way to deal with this situation. And in the process, what is happening? There is a misinformation campaign going on. That as though this whole incident has taken place because of the hatred between different communities, which is not correct. There's no fight between the Khasis and Assamese. There's no fight between the communities of Meghalaya and the other rest of the communities on the other side of the border. But the government, both the governments are creating this perception, which is wrong. The peace and tranquility must prevail. And how to really maintain this peace and tranquility is the responsibility of the government. ਸਾਲ 2021 ਵਿੱਚ ਅਸਾਮ ਅਤੇ ਮਿਜ਼ੋਰਮ ਦਰਮਿਆਨ ਵੀ ਸਰਹੱਦੀ ਵਿਵਾਦ ਨੂੰ ਲੈ ਕੇ ਹਿੰਸਕ ਟਕਰਾਅ ਹੋਇਆ ਸੀ, ਜਿਸ ਵਿੱਚ 5 ਪੁਲਿਸ ਮੁਲਾਜ਼ਮ ਮਾਰੇ ਗਏ ਸੀ ਤੇ 50 ਤੋਂ ਵੀ ਵੱਧ ਜ਼ਖਮੀ ਹੋਏ ਸੀ।
ਇਹ ਟਕਰਾਅ ਦੋਵਾਂ ਸੂਬਿਆਂ ਦੀ ਪੁਲਿਸ ਦਰਮਿਆਨ ਹੋਇਆ ਸੀ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਡ ਸੰਗਮਾ ਨੇ ਅਸਾਮ ਦੇ ਮੁੱਖ ਮੰਤਰੀ ਹਿੰਮਤ ਸ਼ਰਮਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦਿਆਂ ਟਵੀਟ ਕੀਤਾ ਕਿ ਅਸਾਮ ਦੀ ਪੁਲਿਸ ਨੇ ਮੇਘਾਲਿਆ ਦੀ ਹੱਦ ਵਿੱਚ ਦਾਖਲ ਹੋ ਕੇ ਬਿਨਾਂ ਕਿਸੇ ਭੜਕੜਾਹਟ ਤੋਂ ਗੋਲੀ ਚਲਾਈ ਤੇ ਮੇਘਾਲਿਆ ਦੇ ਲੋਕਾਂ ਨੂੰ ਮਾਰਿਆ ਗਿਆ। ਅਸਾਮ ਦੇ ਮੇਘਾਲਿਆ ਨਾਲ ਲੱਗਦੇ ਐਂਗਲੋਂਗ ਜ਼ਿਲ੍ਹੇ ਵਿੱਚ ਮੇਘਾਲਿਆ ਦੇ ਲੋਕਾਂ ਵੱਲੋਂ ਮੌਤਾਂ ਦੇ ਰੋਸ ਵਜੋਂ ਅਸਾਮ ਦੇ ਜੰਗਲਾਤ ਅਫਸਰ ਦਾ ਦਫ਼ਤਰ ਸਾੜ ਦਿੱਤਾ ਗਿਆ। ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿੱਚ ਅਸਾਮ ਦੀਆਂ ਗੱਡੀਆਂ ਤੇ ਹਮਲੇ ਸ਼ੁਰੂ ਹੋ ਗਏ ਹਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਮੇਘਾਲਿਆ ਦੀ ਖਾਸੀ ਵਿਦਿਆਰਥੀ ਜਥੇਬੰਦੀ ਨੇ ਲਈ ਹੈ। ਜਥੇਬੰਦੀ ਵੱਲੋਂ ਉਸ ਹਸਪਤਾਲ ਬਾਹਰ ਲਗਾਤਾਰ ਧਰਨਾ ਜਾਰੀ ਹੈ ਜਿੱਥੇ ਮਰੇ ਗਏ ਮੇਘਾਲਿਆ ਦੇ ਨਾਗਰਿਕਾਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਹਨ। ਵਿਦਿਆਰਥੀ ਜਥੇਬੰਦੀ ਦੀ ਮੰਗ ਹੈ ਕਿ ਦੋਸ਼ੀ ਅਸਾਮ ਪੁਲਿਸ ਦੇ ਮੁਲਜ਼ਮਾਂ ਨੂੰ ਮੇਘਾਲਿਆ ਪੁਲਿਸ ਦੇ ਹਵਾਲੇ ਕੀਤਾ ਜਾਵੇ। নাই সকলো ধৰণৰ মেজাৰ্ছ লৈছে, বিশেষকৈ যাত্ৰীসকল নিৰাপত্তাজনিত দিশলৈ চাই আৰু এটা সতৰ্কতামূলক ব্যৱস্থা হিচাপে আমি বৰ্তমান সময়ত যিবিলাক মেঘালয় বাহন গাড়ী আছে বা মেঘালয় হৈ গুৱাহাটীলৈ যোৱা যিবিলাক গাড়ী আছে সকলো গাড়ীবিলাক আমি বন্ধ কৰি দিছোঁ। মাত্ৰ মেঘালয়ৰ নাম্বাৰ থকা গাড়ী, ML নাম্বাৰৰ গাড়ী আৰু তাৰ লগতে মেঘালয়ৰ যাত্ৰী যিসকল আছে তেওঁলোকক আমি যাবলৈ দিছোঁ। বাকী এটা সতৰ্কতামূলক ব্যৱস্থা হিচাপে আজি দিনটো আৰু ৰাতিলৈকে আমাৰ সেই যাতায়াত ব্যৱস্থাটো বন্ধ থাকিব। এইটো আমাৰ যিটো সীমা আছে, অসম মেঘালয়ৰ যিটো সীমা আছে দীঘৰখাল, তাতে আমি আৰু বাকী আমি সকলো অঞ্চলতে আৰু আমাৰ বৰাক ভেলীৰ বাকী জিলা 2খন জিলাতে কৈ দিয়া হৈছে। তেওঁলোকো তেওঁলোকৰ ঠায়ে ঠায়ে গাড়ীবিলাক ৰৈ গৈছে। গতিকে এটা বিশেষ সতৰ্কতামূলক ব্যৱস্থা যাতে কোনো ধৰণৰ মানুহবিলাকৰ অসুবিধা নহয়। আৰু আমি মেঘালয় আৰক্ষীৰ লগতো আমি যোগাযোগত আছোঁ, তেওঁলোকৰ লগত আমি কোঅৰ্ডিনেশ্যন কৰি আছোঁ আৰু সকলো ধৰণৰ ব্যৱস্থা, যাত্ৰীসকলৰ ব্যৱস্থা যাতে ৰাইজৰ কোনো অসুবিধা নহয় তাৰ কাৰণে এই ব্যৱস্থা গ্ৰহণ কৰা হৈছে। ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਜੋ ਇਮਾਨਦਾਰੀ ਦਾ ਢੰਡੋਰਾ ਪਿੱਟ ਕੇ ਸੱਤਾ ਵਿੱਚ ਆਈ ਸੀ, ਪਰ ਹੁਣ ਨਿਤ ਦਿਨ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨਾਲ ਇਸ ਪਾਰਟੀ ਦੇ ਵੀ ਰਵਾਇਤੀ ਪਾਰਟੀਆਂ ਵਾਲੇ ਕੰਮ ਉਜਾਗਰ ਹੋ ਜਾਂਦੇ ਹਨ। ਅਜਿਹੀ ਇੱਕ ਵੀਡੀਓ ਤਿਹਾੜ ਜੇਲ੍ਹ ਤੋਂ ਸਾਹਮਣੇ ਆਈ ਹੈ। ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਆਮ ਆਦਮੀ ਪਾਰਟੀ ਦੇ ਉੱਚ ਆਗੂ ਅਤੇ ਦਿੱਲੀ ਦੇ ਸਾਬਕਾ ਜੇਲ੍ਹ ਮੰਤਰੀ ਸਤਿੰਦਰ ਜੈਨ ਨੂੰ ਜੇਲ੍ਹ ਵਿੱਚ ਹੋਟਲਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਤਿੰਦਰ ਜੈਨ ਦੀਆਂ 2 ਵੀਡੀਓ ਸਾਹਮਣੇ ਆਈਆਂ ਹਨ। ਜਿੱਥੇ ਇੱਕ ਵੀਡੀਓ ਵਿੱਚ ਸਤਿੰਦਰ ਜੈਨ ਦੀ ਇੱਕ ਕੈਦੀ ਮਾਲਿਸ਼ ਕਰ ਰਿਹਾ ਹੈ, ਉੱਥੇ ਦੂਜੀ ਵੀਡੀਓ ਵਿੱਚ ਸਤਿੰਦਰ ਜੈਨ ਨੂੰ ਖਾਸ ਕਿਸਮ ਦਾ ਭੋਜਨ ਪਰੋਸਿਆ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਸਤਿੰਦਰ ਜੈਨ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਦੀ ਪਿੱਠ ਵਿੱਚ ਸੱਟ ਲੱਗੀ ਹੈ, ਜਿਸ ਕਾਰਨ ਉਹ ਫਿਜ਼ੀਓਥੈਰੇਪੀ ਟ੍ਰੀਟਮੈਂਟ ਕਰਵਾ ਰਿਹਾ ਸੀ। ਜਦਕਿ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਤਿੰਦਰ ਜੈਨ ਦੀ ਮਾਲਿਸ਼ ਕੋਈ ਫਿਜ਼ੀਓਥੈਰੇਪਿਸਟ ਡਾਕਟਰ ਨਹੀਂ ਬਲਕਿ ਜੇਲ੍ਹ ਵਿੱਚ ਨਜ਼ਰਬੰਦ ਇੱਕ ਨਾਬਾਲਗ ਨਾਲ ਬਲਾਤਕਾਰ ਦਾ ਦੋਸ਼ੀ ਕੈਦੀ ਕਰ ਰਿਹਾ ਹੈ। ਸਤਿੰਦਰ ਜੈਨ ਨੂੰ ਦਿੱਤੇ ਗਏ ਖਾਸ ਭੋਜਨ ਬਾਰੇ ਕਿਹਾ ਜਾ ਰਿਹਾ ਹੈ ਕਿ ਜੈਨ ਧਰਮ ਅਨੁਸਾਰ ਉਸਨੇ ਵਰਤ ਰੱਖਿਆ ਸੀ ਤੇ ਵਰਤ ਮੁਤਾਬਕ ਲੋੜੀਂਦੇ ਡਰਾਈ ਫਰੂਟ ਅਤੇ ਫਲ ਮੁਹੱਈਆ ਕਰਵਾਏ ਗਏ ਸੀ। ਜ਼ਿਕਰਯੋਗ ਹੈ ਕਿ ਭਾਰਤ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਨਾਲ ਵਿਤਕਰਾ ਕੋਈ ਨਵੀਂ ਗੱਲ ਨਹੀਂ ਹੈ। ਜਿੱਥੇ ਇੱਕ ਪਾਸੇ ਇਸੇ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਅਤੇ ਕਸ਼ਮੀਰੀ ਸਿਆਸੀ ਕੈਦੀਆਂ ਨੂੰ ਕਾਲ ਕੋਠੜੀਆਂ ਵਿੱਚ ਰੱਖਿਆ ਜਾਂਦਾ ਹੈ ਅਤੇ ਮਾਨਸਿਕ ਤੇ ਸਰੀਰਕ ਦਰਦ ਦਿੱਤੇ ਜਾਂਦੇ ਹਨ, ਉੱਥੇ ਸੰਗੀਨ ਦੋਸ਼ਾਂ ਵਿੱਚ ਨਜ਼ਰਬੰਦ ਭਾਰਤੀ ਸਿਆਸੀ ਅਤੇ ਰਸੂਖਦਾਰ ਲੋਕਾਂ ਨੂੰ ਖਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਦਿੱਲੀ ਦੀ ਸਰਕਾਰ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਸਿੱਖ ਸਿਆਸੀ ਕੈਦੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਵੀ ਦੱਬੀ ਗਈ ਹੈ, ਜਿਸ ਦੇ ਚੱਲਦਿਆਂ ਉਹਨਾਂ ਦੀ ਪੱਕੀ ਰਿਹਾਈ ਨਹੀਂ ਹੋ ਰਹੀ। ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ ਜੇਲ੍ਹ ਦੀ ਕੋਠੜੀ ਵਿੱਚ ਕਥਿਤ ਤੌਰ ਤੇ ਮਾਲਿਸ਼ ਕਰਵਾਉਂਦੇ ਹੋਏ ਵੀਡੀਓ ਕਾਰਨ ਪੈਦਾ ਹੋਏ ਵਿਵਾਦ ਸੰਬੰਧੀ ਤਿਹਾੜ ਜੇਲ੍ਹ ਦੇ ਸਾਬਕਾ ਕਾਨੂੰਨ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉੱਥੇ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਆਮ ਹਨ। ਇੱਥੋਂ ਤੱਕ ਕਿ ਉੱਥੇ ਪ੍ਰਭਾਵਸ਼ਾਲੀ ਕੈਦੀਆਂ ਦੀਆਂ ਜਿਨਸੀ ਇੱਛਾਵਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਭਾਜਪਾ ਵੱਲੋਂ ਇਹਨਾਂ ਵੀਡੀਓਜ਼ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਹਮਲਾ ਕੀਤਾ ਗਿਆ ਹੈ। ਭਾਜਪਾ ਦਾ ਕਹਿਣਾ ਹੈ ਕਿ ਦਿੱਲੀ ਦੀ ਤਿਹਾੜ ਜੇਲ੍ਹ ਦਾ ਪ੍ਰਬੰਧ ਦਿੱਲੀ ਸਰਕਾਰ ਕੋਲ ਹੈ ਤੇ ਦਿੱਲੀ ਸਰਕਾਰ ਦੀ ਪੁਸ਼ਤਪਨਾਹੀ ਹੇਠ ਸਤਿੰਦਰ ਜੈਨ ਨੂੰ ਖਾਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। सतेंद्र जैन जो जेल के अंदर मसाज करा रहे हैं और अरविंद केजरीवाल उसको फिजियोथेरेपिस्ट बता रहे हैं, अब पता चला वो मसाज करने वाला एक बलात्कारी रेपिस्ट है। जिसको अरविंद केजरीवाल फिजियोथेरेपिस्ट बता रहे थे वो रेपिस्ट है। कल्पना करिए कैसी राजनीति बदलने आए अरविंद केजरीवाल। इतनी राजनीति बदल दी कि आज सतेंद्र जैन की मसाज करने के लिए बलात्कारियों को लाया जाता है। आज सतेंद्र जैन को पैसे देने वाले महाठग सुकेश जैसे लोग हैं और अरविंद केजरीवाल उनका साथ दे रहे हैं, क्योंकि अरविंद केजरीवाल के अंदर जो पैसे की लालसा और भूख भरी हुई है उसकी पूर्ति सतेंद्र जैन और मनीष सिसोदिया जैसे लोग कर रहे हैं। ये कारण है
कि आज एक बलात्कारी के साथ भी अरविंद केजरीवाल ने हाथ मिला लिया, ये कहकर ये फिजियोथेरेपिस्ट है, ये रेपिस्ट नहीं है। कल्पना कीजिए, ये वो अरविंद केजरीवाल है जिसने आज से 6 साल पहले रेपिस्ट को एक सिलाई मशीन दी थी और उसको दुकान खोल कर दी थी। ये प्यार वोटों के लिए इस कदर है और पैसे के लिए इस कदर है कि आज सत्येंद्र जैन के मसाजर को, जो कि रेपिस्ट है, जो कि बलात्कारी है, उसको फिजियोथेरेपिस्ट बता रहे हैं। आज अरविंद केजरीवाल को देश के लोगों को जवाब देना होगा। वो राजनीति बदलते बदलते इतने बदल गए, गिरते गिरते इतना गिर गए। ऐसी गंदी और नीच राजनीति करेंगे अरविंद केजरीवाल। ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਲੁਧਿਆਣਾ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮਾਨ ਸਰਕਾਰ ਤੇ ਹਮਲਾ ਬੋਲਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਤਾਲਿਬਾਨੀ ਰਾਜ ਵਰਗੇ ਹਨ, ਜਿੱਥੇ ਗਲਤੀ ਕਰਨ ਤੇ ਉਸੇ ਸਮੇਂ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਦੋਸ਼ੀ ਨੂੰ ਮਾਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਗੁਜਰਾਤ ਅਤੇ ਹਿਮਾਚਲ ਚੋਣਾਂ ਬਾਰੇ ਕਿਹਾ ਕਿ ਪੰਜਾਬ ਦਾ ਪੈਸਾ ਇਸ਼ਤਿਹਾਰ ਨੀਤੀ ਤੇ ਖਰਚ ਕੀਤਾ ਜਾ ਰਿਹਾ ਹੈ। ਹਿਮਾਚਲ ਚੋਣਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਲਿਖਤੀ ਤੌਰ ਤੇ ਦੇਣ ਲਈ ਤਿਆਰ ਹਨ ਕਿ ਹਿਮਾਚਲ ਵਿੱਚ ਇੱਕ ਵੀ ਸੀਟ ਨਹੀਂ ਮਿਲੇਗੀ। ਡੀਜੀਪੀ ਪੰਜਾਬ ਵੱਲੋਂ ਹਥਿਆਰਾਂ ਦੀਆਂ ਪੋਸਟਾਂ ਅਪਲੋਡ ਕਰਨ ਵਾਲਿਆਂ ਖਿਲਾਫ ਵਿੱਢੀ ਗਈ ਮੁਹਿੰਮ ਬਾਰੇ ਉਹਨਾਂ ਕਿਹਾ ਕਿ ਅਜਿਹੀ ਮੁਹਿੰਮ ਚਲਾਉਣ ਦਾ ਕੋਈ ਫਾਇਦਾ ਨਹੀਂ ਹੈ। ਡੀਜੀਪੀ ਪੰਜਾਬ ਵੱਲੋਂ ਹਥਿਆਰਾਂ ਦੀਆਂ ਪੋਸਟਾਂ ਅਪਲੋਡ ਕਰਨ ਵਾਲਿਆਂ ਖਿਲਾਫ ਵਿੱਢੀ ਗਈ ਮੁਹਿੰਮ ਬਾਰੇ ਉਹਨਾਂ ਕਿਹਾ ਕਿ ਅਜਿਹੀ ਮੁਹਿੰਮ ਚਲਾਉਣ ਦਾ ਕੋਈ ਫਾਇਦਾ ਨਹੀਂ ਹੈ। ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਦਿਨੋਂ ਦਿਨ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸੋ ਦਾਅਵੇ ਤਾਂ ਫੇਲ ਹੋ ਗਏ, ਆਪਦੇ ਘਰ ਦੇ ਵਿੱਚ ਫੇਲ ਹੋ ਗਏ। 3 ਮਹੀਨਿਆਂ ਦੀ ਸਰਕਾਰ ਤੋਂ ਬਾਅਦ ਤੁਸੀਂ ਆਪਦਾ ਬਾਈ ਇਲੈਕਸ਼ਨ ਹਾਰ ਚੁੱਕੇ ਹੋ। ਤੁਸੀਂ ਬੜੇ ਜ਼ੋਰ ਸ਼ੋਰ ਨਾਲ ਹਿਮਾਚਲ ਦੇ ਵਿੱਚ ਗਏ ਸੀਗੇ ਤੇ ਅੱਜ ਮੈਂ ਕਹਿ ਸਕਦਾ, ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ, ਮੈਂ ਲਿਖ ਕੇ ਦੇ ਦੂੰਗਾ ਕਿ ਇੱਕ ਵੀ ਸੀਟ ਹਿਮਾਚਲ ਚੋਂ ਆਮ ਆਦਮੀ ਪਾਰਟੀ ਦੀ ਨਹੀਂ ਆਏਗੀ। ਆਮ ਆਦਮੀ पार्टी ਨੂੰ बाई इलेक्शन लड़ी, केजरीवाल साहब कहते मैं हरियाणा का सपूत हूँ, ये हरियाणा की धरती पे मैं पैदा हुआ हूँ। बाई इलेक्शन होया तो केवल 2500 वोट उन्होंने मिली, यानी कि मुकम्मल सफाया हो गया ਜਿਹੜਾ हरियाणा ਤੇ हिमाचल। रही गल गुजराती, पंजाबी च कहावत है, नाइया तेरे वाल किड्डे है, वो कहता भाई खड़ जा, सामने आ जाना। गुजरात का भी ਜਿਹੜਾ ਇਹਨਾਂ ਦਾ एक सिस्टम है, जिन्ना क पैसा उत्थे जाके पंजाब का बर्बाद करता, उन्नियां वोटां भी नहीं आउणगीਆਂ जिस तरह के हालात बने हुए। राजा वड़िंग तो कह गई, राजा वड़िंग तो चीका मार रहे, आम जनता चीका मार रही है कि लॉ एंड ऑर्डर की स्थिति बिल्कुल खराब है। हुण कहन लगे गृह मंत्री साहब, रेहड़ी वाले नूं पुछ लो, कहेगा कि हाँ लॉ एंड ऑर्डर की स्थिति खराब है। किसी दुकानदार नूं पुछ लो, लोगों नूं टैलीफोन आ रहे हैं कईयां नूं कि लियाओ जी पैसे दिओ, चुप चपीते कई व्यापारी 10-10 लाख रुपया लैके दे रहे हैं लोग। सो ऐसी लॉ एंड ऑर्डर की स्थिति गुजरात च नहीं, मैं कहना किसी सूबे च भी नहीं होनी चाहिए। तो जो किसी मंत्री को सवाल पूछ लो कि लॉ एंड ऑर्डर की स्थिति बड़ी खराब है, तो कहेंगे यूपी की बड़ी खराब है, वो कहने बिहार तो साडा क्राइम रेट है। फिर सारियां चीज़ां बिहार ते यूपी नाल आपां तालमेल कर लेने। जे तुसीं स्थितियां, हम उही तो कह रहे हैं, यूपी दियां जे तुसीं हर चीज़ नूं दूजियां स्टेटां नाल करना है, कई भी कर लो कि उन्हां दी इकनॉमिकली उन्हां दी की ग्रोथ है, उदों तो करदे नहीं। तुसीं 18वें नंबर पर आ गए। हर चीज़ च कंपीटीशन करो, क्राइम च कंपीटीशन करना चाहुंदे हो। पंजाब एक चंगा सूबा सी, उत्तर प्रदेश ते बिहार तां कदे भी नहीं सी पंजाब बिहार दे विच तां बूथ कैप्चरिंग लुੱਟਿਆ ਜਾਂਦਾ ਸੀ, दिन ਦਿਹਾੜੇ ਮਾਰ ਦਿੰਦੇ ਸੀ लोग। उत्तर प्रदेश भी ਹੁੰਦਾ ਸੀ, ਇਹ ਪੰਜਾਬ 'ਚ ਹੁਣ ਵੇਖਣ ਨੂੰ ਮਿਲਦਾ। ਪੰਜਾਬ ਸਰਕਾਰ ਨੂੰ ਸੂਬੇ ਵਿੱਚ ਮਾਈਨਿੰਗ ਦੇ ਮੁੱਦੇ ਤੇ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਹਾਈ ਕੋਰਟ ਨੇ ਇਨਵਾਇਰਨਮੈਂਟ ਕਲੀਅਰੈਂਸ ਬਗੈਰ ਕਿਸੇ ਵੀ ਨਿੱਜੀ ਕੰਟਰੈਕਟਰ ਦੇ ਮਾਈਨਿੰਗ ਕਰਨ ਤੇ ਰੋਕ ਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਬਲਾਕ 3 ਵਿੱਚ ਚੱਲ ਰਹੀਆਂ ਮਾਈਨਿੰਗ ਸਾਈਟਾਂ ਦਾ ਮੁੱਦਾ ਅਦਾਲਤ ਵਿੱਚ ਪਹੁੰਚਿਆ। ਅਦਾਲਤ ਵਿੱਚ ਨਿੱਜੀ ਕੰਟਰੈਕਟਰ ਵੱਲੋਂ ਸਰਕਾਰ ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਇਲਜ਼ਾਮ ਲਾਏ ਗਏ। ਇਸ ਸੰਬੰਧੀ ਕੰਟਰੈਕਟਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਨਵਾਇਰਨਮੈਂਟ ਕਲੀਅਰੈਂਸ ਕੰਟਰੈਕਟਰ ਦੇ ਹੀ ਨਾਂ ਤੇ ਹੈ ਅਤੇ ਸਰਕਾਰ ਦੇ ਨਾਂ ਤੇ ਇਨਵਾਇਰਨਮੈਂਟ ਕਲੀਅਰੈਂਸ ਕਰਨ ਦਾ ਕੰਮ ਅਜੇ ਚੱਲ ਰਿਹਾ ਹੈ, ਪਰ ਇਸ ਦੇ ਬਾਵਜੂਦ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੀ ਹੈ। ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਦੇ ਨਾਂ ਤੇ ਮਾਈਨਿੰਗ ਸਾਈਟਾਂ ਦੀ ਇਨਵਾਇਰਨਮੈਂਟ ਕਲੀਅਰੈਂਸ ਨਹੀਂ ਹੋ ਜਾਂਦੀ, ਉਦੋਂ ਤੱਕ ਨਿੱਜੀ ਕੰਟਰੈਕਟਰ ਕਿਸੇ ਵੀ ਮਾਈਨਿੰਗ ਸਾਈਟਾਂ ਤੇ ਮਾਈਨਿੰਗ ਨਹੀਂ ਕਰੇਗਾ। ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਦੇ ਨਾਂ ਤੇ ਮਾਈਨਿੰਗ ਸਾਈਟਾਂ ਦੀ ਇਨਵਾਇਰਨਮੈਂਟ ਕਲੀਅਰੈਂਸ ਨਹੀਂ ਹੋ ਜਾਂਦੀ, ਉਦੋਂ ਤੱਕ ਨਿੱਜੀ ਕੰਟਰੈਕਟਰ ਕਿਸੇ ਵੀ ਮਾਈਨਿੰਗ ਸਾਈਟਾਂ ਤੇ ਮਾਈਨਿੰਗ ਨਹੀਂ ਕਰੇਗਾ। ਵਿਵਾਦਿਤ ਫਿਲਮ ਦਾਸਤਾਨ ਸਰਹੰਦ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟੀਕਰਨ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸਰਦਾਰ ਹਰਭਜਨ ਸਿੰਘ ਵਕਤਾ ਨੇ ਇਸ ਫਿਲਮ ਬਾਰੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਫਿਲਮ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਸਿੱਖ ਮਰਿਆਦਾ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਹੀ ਕੋਈ ਫੈਸਲਾ ਲੈਂਦੀ ਹੈ ਅਤੇ ਇਹ ਫਿਲਮ ਵਾਲਾ ਮਾਮਲਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਇਸ ਲਈ ਅਜਿਹਾ ਕੋਈ ਵੀ ਫੈਸਲਾ ਸ਼੍ਰੋਮਣੀ ਕਮੇਟੀ ਵੱਲੋਂ ਨਹੀਂ ਲਿਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਵਕਤ ਦਾਸਤਾਨ-ਏ-ਸਰਹੰਦ ਫਿਲਮ ਦਾ ਇੱਕ ਬੜਾ ਵਿਵਾਦ ਚੱਲ ਰਿਹਾ ਵਾ, ਜਿਸ ਦੇ ਸੰਬੰਧ 'ਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਫਿਲਮ ਨੂੰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਮਾਨਤਾ ਨਹੀਂ ਦਿੱਤੀ ਗਈ। ਹਾਂ, ਇਹ ਫਿਲਮ ਦਾ ਮਾਮਲਾ ਜਿਹੜਾ ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੁੰਦਾ ਤੇ ਸ਼੍ਰੋਮਣੀ ਕਮੇਟੀ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਹੀ ਕੋਈ ਵੀ ਫੈਸਲਾ ਲੈਂਦੀ ਆ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੀ ਫਿਲਮ ਆ ਦਾਸਤਾਨ-ਏ-ਸਰਹੰਦ, ਇਹਦੇ ਨਾਲ ਸੰਬੰਧਿਤ ਕੋਈ ਵੀ ਫੈਸਲਾ ਜਿਹੜਾ ਪ੍ਰਵਾਨਗੀ ਦਾ ਉਹ ਨਹੀਂ ਕੀਤਾ ਗਿਆ। ਸੋ ਸਿੱਖ ਪਰੰਪਰਾਵਾਂ, ਸਿੱਖ ਇਤਿਹਾਸ, ਸਿੱਖ ਮਰਿਆਦਾ ਦੀ ਪਹਿਰੇਦਾਰੀ ਕਰਨਾ ਸਿੱਖ ਸੰਸਥਾ ਦਾ ਫਰਜ਼ ਹੈ ਤੇ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਜਿਹੜੀ ਆ ਉਹ ਹਰ ਪੱਖ ਤੋਂ, ਹਰ ਪੱਧਰ ਤੇ, ਹਰ ਖੇਤਰ ਦੇ ਵਿੱਚ ਜ਼ਰੂਰ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਿਬਲ ਗੋਲੀकांड ਵਿੱਚ ਅੱਜ ਵਿਸ਼ੇਸ਼ ਜਾਂਚ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪੰਜਾਬ ਪੁਲਿਸ ਦੇ ਆਈਜੀ ਨਿਹਾਲ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਅਤੇ ਕਾਨੂੰਨੀ ਮਾਹਰਾਂ ਦਾ ਪੈਨਲ ਮੌਕੇ ਤੇ ਗਿਆ ਅਤੇ ਉਸਨੇ 14 ਅਕਤੂਬਰ 2015 ਦੇ ਗੋਲੀकांड ਬਾਰੇ ਜਾਣਕਾਰੀ ਹਾਸਲ ਕੀਤੀ। ਦੱਸਣਯੋਗ ਹੈ ਕਿ ਬਹਿਬਲ ਗੋਲੀकांड ਦੇ ਮੁਲਜ਼ਮਾਂ ਖਿਲਾਫ ਕਾਰਵਾਈ ਲਈ ਘਟਨਾ ਸਥਾਨ ਉੱਪਰ 4 ਮਹੀਨਿਆਂ ਤੋਂ ਲਗਾਤਾਰ ਧਰਨਾ ਜਾਰੀ ਹੈ। ਪੰਜਾਬ ਸਰਕਾਰ ਦੇ ਦਬਕੇ ਮਗਰੋਂ ਪਾਣੀਆਂ ਦੇ ਮਾਮਲੇ ਤੇ ਹਰਿਆਣਾ ਨੂੰ ਮੋੜਾ ਕੱਟਣਾ ਪਿਆ ਹੈ। ਜਦੋਂ ਕਣਕ ਦੇ ਸੀਜ਼ਨ ਦੌਰਾਨ ਪਾਣੀ ਦੀ ਮੰਗ 'ਚ ਕਮੀ ਆ ਜਾਂਦੀ ਹੈ, ਉਦੋਂ ਹਰਿਆਣਾ BBMB ਤੋਂ ਪਾਣੀ ਲੈਣ ਤੋਂ ਇਨਕਾਰੀ ਹੋ ਜਾਂਦਾ ਹੈ, ਜਿਸ ਕਰਕੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਇਹ ਵਾਧੂ ਪਾਣੀ ਸਤਲੁਜ 'ਚ ਛੱਡੇ ਜਾਣ ਦੀ ਸੂਰਤ ਵਿੱਚ ਪੰਜਾਬ ਹੜ੍ਹਾਂ ਦੀ ਮਾਰ ਝੱਲਦਾ ਹੈ। ਡੋਬੇ ਸਮੇਂ ਹਰਿਆਣਾ ਹੱਥ ਪਿਛਾਂ ਖਿੱਚ ਲੈਂਦਾ ਹੈ। ਵੇਰਵਿਆਂ ਅਨੁਸਾਰ ਹਰਿਆਣਾ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਪਿਛਲੇ ਦਿਨਾਂ ਵਿੱਚ ਭਾਖੜਾ ਡੈਮ ਤੋਂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਨੇ 1200 ਕਿਊਸਕ ਪਾਣੀ ਲੈਣ ਤੋਂ ਪਾਸਾ ਵੱਟ ਲਿਆ ਹੈ। ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ 21 ਨਵੰਬਰ ਨੂੰ ਹਰਿਆਣਾ ਦੇ ਸਿੰਚਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਬਾਰੇ ਪੱਤਰ ਵੀ ਲਿਖਿਆ ਹੈ। ਇਸ ਪੱਤਰ ਅਨੁਸਾਰ 11 ਨਵੰਬਰ ਤੋਂ ਹਰਿਆਣਾ ਵੱਲੋਂ BBMB ਤੋਂ ਦੱਸੀ ਗਈ ਲੋੜ ਤੋਂ ਘੱਟ ਪਾਣੀ ਲਿਆ ਜਾ ਰਿਹਾ ਹੈ। BBMB ਦੇ ਸਕੱਤਰ ਨੇ ਇਹ ਮਾਮਲਾ ਉਠਾਇਆ ਹੈ ਕਿ ਭਾਖੜਾ ਡੈਮ 'ਚ ਪਹਿਲਾਂ ਹੀ ਪਾਣੀ ਦਾ ਪੱਧਰ ਨਾਜ਼ੁਕ ਪੜਾਅ 'ਤੇ ਹੈ ਤੇ ਡੈਮ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਪੱਧਰ ਬਰਕਰਾਰ ਰੱਖਣਾ ਕਾਫੀ ਮੁਸ਼ਕਿਲ ਕੰਮ ਹੈ। ਸਕੱਤਰ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਇਹ ਵਾਧੂ ਪਾਣੀ ਸਤਲੁਜ ਦਰਿਆ ਵਿੱਚ ਛੱਡ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪਾਣੀ ਛੱਡਣ ਨਾਲ ਪੰਜਾਬ ਦਾ ਵੱਡਾ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ। ਪੰਜਾਬ ਨੇ ਹਰਿਆਣਾ ਸਰਕਾਰ ਨੂੰ ਇਹ ਮਾਮਲਾ BBMB ਨਾਲ ਵਿਚਾਰਨ ਵਾਸਤੇ ਕਿਹਾ ਤੇ ਹਰਿਆਣਾ ਲਈ ਪਾਣੀ ਛੱਡੇ ਜਾਣ ਦੀ ਗੱਲ ਵੀ ਆਖੀ। ਪ੍ਰਮੁੱਖ ਸਕੱਤਰ ਨੇ ਇਹ ਵੀ ਲਿਖਿਆ ਕਿ ਜੇ ਹਰਿਆਣਾ ਪਾਣੀ ਲੈਣ ਤੋਂ ਇਨਕਾਰੀ ਹੈ ਤਾਂ ਇਸ ਬਾਰੇ ਪੰਜਾਬ ਸਰਕਾਰ ਨੂੰ ਦੱਸਿਆ ਜਾਵੇ ਤਾਂ ਜੋ ਡੈਮ ਦੀ ਸੁਰੱਖਿਆ ਬਾਰੇ ਢੁਕਵੇਂ ਕਦਮ ਚੁੱਕੇ ਜਾ ਸਕਣ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਰਮਿਆਨ ਬੀਤੀ 14 ਅਕਤੂਬਰ ਨੂੰ ਹੋਈ ਮੀਟਿੰਗ ਦੌਰਾਨ ਇਹ ਮਾਮਲਾ ਉੱਠਿਆ ਸੀ। ਪਾਣੀ ਨਾ ਲੈਣ ਦੇ ਮੁੱਦੇ ਤੇ ਜਦੋਂ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਲਿਖਤੀ ਤੌਰ ਤੇ ਇਨਕਾਰ ਕਰਨ ਲਈ ਕਿਹਾ ਤਾਂ ਸੁਚੇਤ ਹੁੰਦਿਆਂ ਹਰਿਆਣਾ ਸਰਕਾਰ ਨੇ ਤੁਰੰਤ ਪਾਣੀ ਲੈਣ ਲਈ ਹਾਮੀ ਭਰ ਦਿੱਤੀ। ਹਰਿਆਣਾ ਸਰਕਾਰ ਇਹ ਗੱਲ ਸਮਝ ਚੁੱਕੀ ਹੈ ਕਿ ਜੇਕਰ ਲਿਖਤੀ ਤੌਰ ਤੇ ਉਹ ਪਾਣੀ ਲੈਣ ਤੋਂ ਇਨਕਾਰ ਕਰਦੀ ਹੈ ਤਾਂ ਪਾਣੀਆਂ ਦੇ ਮੁੱਦੇ ਤੇ ਪੰਜਾਬ ਦਾ ਪੱਖ ਮਜ਼ਬੂਤ ਹੋਵੇਗਾ। ਕੌਮੀ ਜਾਂਚ ਏਜੰਸੀ NIA ਨੇ ਅੱਜ ਗੈਂਗਸਟਰ ਅੱਤਵਾਦੀ ਗੱਠਜੋੜ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨਾਂ ਦਾ ਰਿਮਾਂਡ ਲੈ ਲਿਆ ਹੈ। ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਈ ਪੰਜਾਬੀ ਗਏ ਗੈਂਗਸਟਰ ਦੇ ਨਿਸ਼ਾਨੇ ਤੇ ਸਨ। ਕੇਂਦਰੀ ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗੈਂਗਸਟਰਾਂ ਨੂੰ ਪਾਕਿਸਤਾਨ ਤੋਂ ਹਥਿਆਰ ਅਤੇ ਗੋਲਾ ਬਾਰੂਦ ਮਿਲ ਰਿਹਾ ਸੀ। ਬਿਸ਼ਨੋਈ ਇਸ ਸਮੇਂ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ, ਜਿੱਥੋਂ ਉਸ ਨੂੰ ਦਿੱਲੀ ਲਿਆਂਦਾ ਜਾਵੇਗਾ। ਉਸ ਤੋਂ NIA ਹੈੱਡਕੁਆਰਟਰ ਵਿੱਚ ਪੁੱਛ ਪੜਤਾਲ ਕੀਤੀ ਜਾਵੇਗੀ। ਬੀਤੇ ਕੱਲ੍ਹ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ ਖਾਲਸਾ ਏਡ UK ਦੇ ਦਫ਼ਤਰ ਪੁੱਜੇ। ਉਹਨਾਂ ਸਮੁੱਚੀ ਦੁਨੀਆ ਵਿੱਚ ਖਾਲਸਾ ਏਡ ਦੀ ਚੱਲ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਸਮੁੱਚੀ ਲੋਕਾਈ ਦੇ ਭਲੇ ਲਈ ਅਰਦਾਸ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਏਡ ਵੱਲੋਂ ਜਿਹੜੀ ਜਿੱਥੇ ਕੋਈ ਆਫਤ ਪੈਂਦੀ ਹੈ, ਕੋਈ ਬਾਰਿਸ਼ ਕਰਕੇ ਹੜ੍ਹਾਂ ਦੀ ਮਾਰ ਪੈਂਦੀ ਹੈ ਜਾਂ ਕੋਈ ਐਸਾ ਨੌਬਤ ਆਉਂਦੀ ਜਿੱਥੇ ਗਰੀਬ ਬੱਚਿਆਂ ਦਾ ਹਰ ਥਾਂ ਤੇ ਖਾਲਸਾ ਏਡ ਵਾਲੀ ਟੀਮ ਪਹੁੰਚਦੀ ਹੈ ਔਰ ਸਿੱਖ ਜਗਤ ਦਾ ਇਸ ਗੱਲ ਨਾਲ ਸਿਰ ਉੱਚਾ ਹੋਇਆ। ਹਿੰਦੁਸਤਾਨ ਦੀ ਪਾਰਲੀਮੈਂਟ 'ਚ ਵੀ ਇਸ ਗੱਲ ਦੀ ਗੂੰਜਾਂ ਪਈਆਂ ਕਿ ਖਾਲਸਾ ਏਡ ਬਹੁਤ ਵੱਡੀ ਸੇਵਾ ਕਰ ਰਿਹਾ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੈ, ਜਿਸ ਤਰੀਕੇ ਨਾਲ ਸੇਵਾ ਕਰ ਰਹੇ ਹੋ ਸਾਰੇ ਸਟਾਫ ਨੂੰ, ਸਾਰੇ ਵੀਰਾਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਅਤੇ ਇਹ ਸੇਵਾ 'ਚ ਲੱਕ ਬਣ ਕੇ ਇਸੇ ਦਾ ਜੁਟੇ ਰਹਿਣ। ਇਹ ਗੁਰੂ ਚਰਨਾਂ 'ਚ ਅਰਦਾਸ ਹੈ ਔਰ ਸਤਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗਿਆਨੀ ਸਿੰਘ ਸਾਹਿਬ ਰਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਖਾਲਸਾ ਏਡ ਵੱਲੋਂ, ਜੋ ਕਿ ਸਾਡੀ ਬੇਨਤੀ ਨੂੰ ਮੰਨ ਕੇ ਤੇ ਇੱਥੇ ਚਰਨ ਪਾਏ ਆ ਤੇ ਖਾਲਸਾ ਏਡ ਨੂੰ ਆਸ਼ੀਰਵਾਦ ਦਿੱਤਾ ਹੈ। ਅਸੀਂ ਇਸ ਵਾਸਤੇ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਲੈਫਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਦੇਸ਼ ਦਾ ਨਵਾਂ ਫੌਜ ਮੁਖੀ ਨਿਯੁਕਤ ਕੀਤਾ ਹੈ। ਉਹ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਬਾਜਵਾ 29 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਬਾਜਵਾ ਨੂੰ 2016 ਵਿੱਚ 3 ਸਾਲ ਦੇ ਕਾਰਜਕਾਲ ਲਈ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਮਗਰੋਂ ਉਹਨਾਂ ਨੂੰ 2019 ਵਿੱਚ 3 ਸਾਲ ਦਾ ਸੇਵਾ ਵਿਸਥਾਰ ਦਿੱਤਾ ਗਿਆ ਸੀ। ਉਹਨਾਂ ਨੇ ਆਪਣਾ ਕਾਰਜਕਾਲ ਹੋਰ ਵਧਾਉਣ ਦੀ ਬੇਨਤੀ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਲੈਫਟੀਨੈਂਟ ਜਨਰਲ ਸ਼ਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ ਆਫ ਸਟਾਫ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਦੱਸ ਦਈਏ ਕਿ ਆਸਿਮ 2018-2019 ਵਿੱਚ 8 ਮਹੀਨਿਆਂ ਲਈ ISI ਮੁਖੀ ਰਹੇ ਹਨ। ਇਮਰਾਨ ਖਾਨ ਨੇ ਆਪਣੇ ਕਰੀਬੀ ਸਹਿਯੋਗੀ ਫੈਜ਼ ਹਮੀਦ ਨੂੰ ISI ਦਾ ਮੁਖੀ ਬਣਾਇਆ ਸੀ ਅਤੇ ਮੁਨੀਰ ਨੂੰ ਗੁਜਰਾਂਵਾਲਾ ਕੋਰ ਕਮਾਂਡਰ ਵਜੋਂ ਟਰਾਂਸਫਰ ਕਰ ਦਿੱਤਾ ਸੀ। ਆਸਿਮ ਨੂੰ 2018 ਵਿੱਚ 2 ਸਟਾਰ ਜਨਰਲ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਸੀ, ਪਰ ਉਹਨਾਂ ਨੇ 2 ਮਹੀਨਿਆਂ ਬਾਅਦ ਇਸ ਪੋਸਟ ਨੂੰ ਜੁਆਇਨ ਕੀਤਾ ਸੀ। ਲੈਫਟੀਨੈਂਟ ਜਨਰਲ ਵਜੋਂ ਉਹਨਾਂ ਦਾ 4 ਸਾਲ ਦਾ ਕਾਰਜਕਾਲ 27 ਨਵੰਬਰ ਨੂੰ ਖਤਮ ਹੋਵੇਗਾ।